ਮੇਰੇ ਸਾਥੀਓ, ਲਾਲ ਸਲਾਮ। ਮੈਂ ਅੱਜ ਤੁਹਾਡੇ ਨਾਲ ਉਹ ਘਟਨਾ ਸਾਂਝੀ ਕਰਨੀ ਚਾਹੁੰਦਾ ਜੋ 41 ਸਾਲਾਂ ਤੋਂ ਮੇਰੇ ਅੰਦਰ ਇਸ ਤਰ੍ਹਾਂ ਦੱਬੀ ਪਈ ਹੋਇਆ ਜਿਵੇਂ ਕੱਲ੍ਹ ਦੀ ਗੱਲ ਹੋਵੇ। ਇਹ ਤਾਂ ਅੰਦਾਜ਼ਾ ਤੁਸੀਂ ਲਾ ਹੀ ਲਿਆ ਹੋਣਾ ਕਿ ਇਹ ਘਟਨਾ ਪ੍ਰਿਥੀਪਾਲ ਸਿੰਘ ਰੰਧਾਵੇ ਨਾਲ ਸੰਬੰਧਿਤ ਹੈ ਅਤੇ ਉਸ ਤੋਂ ਮਗਰੋਂ ਬਾਕੀ ਸਾਡੇ ਸਾਰਿਆਂ ਨਾਲ ਸੰਬੰਧਿਤ ਹੈ। 18 ਅਤੇ 19 ਜੁਲਾਈ ਦੀ ਦਰਮਿਆਨੀ ਰਾਤ ਦੀ ਗੱਲ ਹੈ, ਜੋ ਕਿ ਆਮ ਦਿਨਾਂ ਆਮ ਰਾਤਾਂ ਵਾਂਗ ਸ਼ੁਰੂ ਹੋਈ ਸੀ, ਲੇਕਿਨ ਉਹਦਾ ਅੰਤ ਜਿਹੜਾ ਉਹ ਬਹੁਤ ਮਾੜਾ ਹੋਇਆ ਸਾਡੇ ਸਾਰਿਆਂ ਲਈ। ਅਤੇ ਇਸ ਤਰ੍ਹਾਂ ਹੈ ਕਿ ਮੈਂ ਉਦੋਂ PAU ਵਿੱਚ ਆਪਣੀ ਗ੍ਰੈਜੂਏਸ਼ਨ ਕਰਕੇ ਅਤੇ ਕਾਲਜ ਆਫ ਐਗਰੀਕਲਚਰ ਇੰਜੀਨੀਅਰਿੰਗ ਦੇ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਮੈਂ ਰਿਸਰਚ ਐਸੋਸੀਏਟ ਲੱਗਾ ਹੋਇਆ ਸੀ। ਸੋ ਮੇਰਾ ਸੰਬੰਧ ਸਟੂਡੈਂਟ ਲਾਈਫ ਤੋਂ ਮਗਰੋਂ ਐਜ਼ ਟੀਚਰ ਵੀ PAU ਨਾਲ ਸੰਬੰਧਿਤ ਹੀ ਸੀ। ਅਤੇ PAU ਦੇ ਵਿੱਚ ਟੀਚਰਸ ਵਿੱਚ ਅਤੇ ਜਾਂ ਸਟੂਡੈਂਟਸ ਵਿੱਚ ਜਾਂ ਯੂਨੀਅਨ ਵਿੱਚ ਜੋ ਵੀ ਗੱਲਾਂ ਦਿਨ ਰਾਤ ਬੀਤਦੀਆਂ ਸਨ ਜਾਂ ਵਾਪਰਦੀਆਂ ਸਨ, ਉਹਨਾਂ ਨਾਲ ਬਹੁਤ ਮੈਂ ਨੇੜਿਓਂ ਜੁੜਿਆ ਹੋਇਆ ਸੀ। ਸਟੂਡੈਂਟਸ ਨਾਲ ਤਾਂ ਸਟੂਡੈਂਟਸ ਪਿਛੋਕੜ ਕਰਕੇ, ਅਤੇ ਟੀਚਰਸ ਵਿੱਚ ਉਦੋਂ ਅਸੀਂ ਐਕਟਿਵ ਹੋ ਗਏ ਸੀਗੇ। ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਟੀਚਰ ਐਸੋਸੀਏਸ਼ਨ ਦਾ ਨਾਂ ਪੌਟਾ ਸੀ, ਉਹਦੇ ਵਿੱਚ ਵੀ ਅਸੀਂ ਐਕਟਿਵ ਸੀ। ਸੋ ਵਾਪਸ ਆਪਾਂ ਆਪਣੇ 18 ਅਤੇ 19 ਜੁਲਾਈ ਦੀ ਦਰਮਿਆਨੀ ਰਾਤ ਦੇ ਆਉਂਦੇ ਹਾਂ। ਉਹ ਰਾਤ ਸ਼ੁਰੂ ਹੋਈ ਕੋਈ ਸ਼ਾਮ 5-6 ਵਜੇ ਦੇ ਕਰੀਬ। ਮੈਂ ਯੂਨੀਵਰਸਿਟੀ ਤੋਂ ਘਰ ਪਹੁੰਚਿਆ। ਜੋ ਨੋਰਮਲ ਰੂਟੀਨ ਹੈ, ਖਾਣਾ ਪੀਣਾ ਅਤੇ ਉਦੋਂ ਮਗਰੋਂ ਸੌਣਾ, ਉਹ ਸਾਰਾ ਕੁਛ ਉਵੇਂ ਵਾਪਰਿਆ। ਰਾਤ ਦੇ 2:30 ਵਜੇ ਦਰਵਾਜ਼ੇ ਦੀ ਘੰਟੀ ਖੜਕੀ ਅਤੇ ਮੈਂ ਨੀਚੇ ਉਤਰ ਕੇ ਦੇਖਿਆ ਤਾਂ ਸੁਰਿੰਦਰ ਚਾਹਲ ਅਤੇ ਨਾਲ ਉਸ 'ਤੇ ਇੱਕ ਹੋਰ ਸ਼ਾਇਦ ਦਲਜੀਤ, ਜੋ ਪ੍ਰਿਥੀਪਾਲ ਰੰਧਾਵੇ ਦਾ ਸਾਲਾ ਸੀ, ਇਹ ਦੋਨੇ ਆਏ ਹੋਏ ਸੀ। ਅਤੇ ਉਹਨਾਂ ਦਿਨਾਂ 'ਚ ਮੈਂ CMC ਦੇ ਕੋਲ ਰਹਿੰਦਾ ਹੁੰਦਾ ਸੀ, ਕਿਉਂਕਿ ਮੇਰੀ ਵਾਈਫ ਹੈ ਜਿਹੜੀ ਜੋ CMC 'ਚ ਸਟਾਫ ਨਰਸ ਸੀ। ਅਤੇ ਪੁੱਛਣ ਤੋਂ ਪਹਿਲਾਂ ਹੀ ਉਹਨਾਂ ਨੇ ਦੱਸਿਆ ਕਿ ਪ੍ਰਿਥੀਪਾਲ ਰੰਧਾਵੇ ਨੂੰ ਚੁੱਕ ਕੇ ਲੈ ਗਏ ਹਨ। ਕੌਣ ਚੁੱਕ ਕੇ ਲੈ ਗਏ ਹਨ, ਇਹਦੇ ਬਾਰੇ ਤਾਂ ਕੋਈ ਪੁੱਛਣ ਵਾਲੀ ਗੱਲ ਹੀ ਨਹੀਂ ਸੀ, ਕਿਉਂਕਿ ਪਤਾ ਹੀ ਸੀ ਵੀ ਕੌਣ ਚੁੱਕ ਸਕਦੇ ਹਨ ਅਤੇ ਕਿਹਨਾਂ ਦੀ ਇਹ ਨੀਤ ਹੈ। ਅਤੇ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਇਸ ਘਟਨਾ ਦਾ, ਇਸ ਖਬਰ ਸੁਣ ਕੇ ਕਿਸ ਤਰ੍ਹਾਂ ਦਾ ਅਸਰ ਹੋ ਸਕਦਾ ਹੈ, ਕਿਸ ਤਰ੍ਹਾਂ ਇੱਕ ਬੰਬ ਵਾਂਗੂ ਤੁਹਾਡੇ 'ਤੇ ਡਿੱਗਦੀ ਹੈ। ਖੈਰ, ਮੈਂ ਉਸੇ ਰਾਤ ਉਸੇ ਤਰ੍ਹਾਂ ਕੱਪੜੇ ਪਾਏ ਅਤੇ ਮੈਂ ਇਹਨਾਂ ਦੇ ਨਾਲ ਸਾਈਕਲ ਲੈ ਕੇ ਚੱਲ ਪਿਆ। ਜਾ ਕੇ ਕੁਛ ਜੋ ਕਾਮਰੇਡਾਂ ਦੇ ਖਾਸ ਅੱਡੇ ਸੀਗੇ, ਉਹਨਾਂ 'ਚੋਂ ਇੱਕ ਅੱਡੇ 'ਤੇ ਗਿਆ, ਜਿੱਥੇ ਮੈਨੂੰ ਕੁਛ ਕਾਮਰੇਡ ਮਿਲ ਗਏ, ਜਿਨ੍ਹਾਂ ਵਿੱਚ ਜਸਪਾਲ ਜੱਸੀ ਅਤੇ ਅਜਮੇਰ, ਉਹ ਤੋਂ ਇਸ ਦਾ ਨਾਂ ਸੁਰਿੰਦਰ ਹੁੰਦਾ ਸੀ। ਅਜਮੇਰ ਜੋ ਅੱਜ ਕੱਲ੍ਹ ਸਿੱਖ ਬੁੱਧੀਜੀਵੀ ਹੈ, ਜਾਂ ਆਪਣੇ ਆਪ ਨੂੰ ਕਹਾਉਂਦਾ, ਅਤੇ ਇਹ ਉੱਥੇ ਸੀ। ਅਤੇ ਨਾਲ 1-2 ਹੋਰ ਵੀ ਕਾਮਰੇਡ ਸੀ, ਅਤੇ ਉਹਨਾਂ ਨੂੰ ਜਾ ਕੇ ਮੈਂ ਇਹ ਘਟਨਾ ਦੱਸੀ। ਘਟਨਾ ਦੱਸਣ ਤੋਂ ਮਗਰੋਂ ਹਰੇਕ ਦਾ ਹੀ ਜਿਹੜਾ ਰਿਐਕਸ਼ਨ ਸੀ ਉਹ ਬਹੁਤ ਇੱਕ ਸ਼ੌਕਿੰਗ ਸੀ। ਅਤੇ ਕਿਉਂਕਿ ਇਸ ਗੱਲ ਲਈ ਕੋਈ ਵੀ ਤਿਆਰ ਨਹੀਂ ਸੀ, ਅਤੇ ਉਹ ਵੀ ਕਿ ਪ੍ਰਿਥੀਪਾਲ ਨੂੰ ਕੋਈ ਹੱਥ ਪਾਊਗਾ। ਅਤੇ ਉਹ ਕਹਿ ਕੇ ਵਾਪਸ ਮੈਂ ਯੂਨੀਵਰਸਿਟੀ ਦੇ ਵਿੱਚ ਆਇਆ, ਅਤੇ ਇੱਧਰੋਂ ਸੁਰਿੰਦਰ ਹੁਣੀ ਵੀ ਯੂਨੀਵਰਸਿਟੀ 'ਚ ਪਹੁੰਚ ਗਏ ਸੀ। ਤਾਂ ਯੂਨੀਵਰਸਿਟੀ ਦੇ ਜੋ ਸਟੂਡੈਂਟ ਸੀ ਉੱਠ ਕੇ ਤਿਆਰ ਹੋ ਰਹੇ ਸੀਗੇ, ਜੋ ਵੀ ਉੱਥੇ ਯੂਨੀਅਨ ਦੇ ਕਾਰਕੁਨ ਸੀ, MSc PhD ਅੰਡਰ ਗ੍ਰੈਜੂਏਟ, ਸਾਰੇ ਉੱਠ ਕੇ ਅਤੇ
ਉਹ PAU ਦੇ ਵਾਈਸ ਚਾਂਸਲਰ ਡਾਕਟਰ ਅਮਰੀਕ ਸਿੰਘ ਚੀਮਾ ਉਹਦੀ ਰਿਹਾਇਸ਼ 'ਤੇ ਜਾਣ ਲਈ ਤਿਆਰ ਸੀ ਅਤੇ ਤੜਕੇ ਤਕਰੀਬਨ 6 ਵਜੇ ਦੇ ਆਸ-ਪਾਸ ਉਹ ਸਾਰੇ ਉਸ ਦੀ ਰਿਹਾਇਸ਼ 'ਤੇ ਗਏ ਅਤੇ ਜਾ ਕੇ ਉਸ ਨੂੰ ਦੱਸਿਆ। ਅਤੇ ਸਾਡੇ ਸਾਹਮਣੇ ਇਹ ਸਵਾਲ ਸੀ ਕਿ ਪਿਰਥੀ ਨੂੰ ਲੱਭਣ ਚੱਲੀਏ ਅਤੇ ਕਿਸ ਪਾਸੇ ਚੱਲੀਏ। ਸਮਾਂ ਕਾਫੀ ਜ਼ਿਆਦਾ ਬੀਤ ਚੁੱਕਾ ਸੀ। ਇਹ ਘਟਨਾ ਰਾਤ ਦੇ ਤਕਰੀਬਨ 6 ਤੋਂ 7 ਵਜੇ ਦੇ ਦਰਮਿਆਨ ਦੀ ਗੱਲ ਹੈ ਅੰਦਾਜ਼ਨ। ਅਤੇ ਉਸ ਤੋਂ ਲੈ ਕੇ ਤਕਰੀਬਨ 12 ਘੰਟੇ ਬੀਤ ਚੁੱਕੇ ਸੀ ਔਰ ਜੋ ਕੁਛ ਵੀ ਵਾਪਰਨਾ ਸੀ ਉਹ ਅੰਦਾਜ਼ਨ ਜਿਵੇਂ ਆਪਾਂ ਆਸ ਕਰਦੇ ਹਾਂ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ 2-3 ਘੰਟਿਆਂ ਦੇ ਵਿੱਚ ਹੀ ਵਾਪਰ ਜਾਂਦਾ। ਉਦੋਂ ਮਗਰੋਂ ਤਾਂ ਉਹ ਇੱਕ ਹਿਸਟਰੀ ਬਣ ਕੇ ਸਾਡੇ ਸਾਹਮਣੇ ਪੇਸ਼ ਆਉਂਦਾ। ਤਾਂ ਜਦੋਂ ਅਸੀਂ ਉਹਨਾਂ ਨੂੰ ਵਾਈਸ ਚਾਂਸਲਰ ਨੂੰ ਅਤੇ ਹੋਰ ਯੂਨੀਵਰਸਿਟੀ ਅਥਾਰਟੀਜ਼ ਨੂੰ ਮਿਲੇ ਤਾਂ ਉਹਨਾਂ ਦਾ ਵੀ ਰਿਐਕਸ਼ਨ ਜਿਹੜਾ ਸ਼ੌਕਿੰਗ ਸੀ। ਅਤੇ ਉਹ ਵੀ ਜਲਦੀ ਤਿਆਰ ਹੋ ਕੇ ਉਹਨਾਂ ਨੇ ਇਸ ਤੋਂ ਪਹਿਲਾਂ ਮੈਂ ਕਰੈਕਟ ਕਰ ਦੇਵਾਂ ਕਿ ਵਾਈਸ ਚਾਂਸਲਰ ਨੇ ਤੁਰੰਤ SSP ਲੁਧਿਆਣਾ ਨੂੰ ਫੋਨ ਕੀਤਾ ਅਤੇ ਉਹਨਾਂ ਨੂੰ ਚੌਕਸ ਕੀਤਾ ਕਿ ਤੁਰੰਤ ਲੱਭਿਆ ਜਾਵੇ। ਫਿਰ ਵਾਈਸ ਚਾਂਸਲਰ ਅਤੇ ਦੂਸਰੀਆਂ ਅਥਾਰਟੀਜ਼ ਵੀ ਤਿਆਰ ਹੋ ਕੇ ਥਾਪਰ ਹਾਲ ਆਈਆਂ ਜੋ ਕਿ ਐਡਮਿਨਿਸਟ੍ਰੇਸ਼ਨ ਬਲਾਕ ਹੈ PAU ਦਾ। ਅਤੇ ਸਟੂਡੈਂਟਸ ਵੀ ਸਾਰੇ ਅਤੇ ਅਸੀਂ ਵੀ ਸਾਰੇ ਜੋ ਵੀ ਯੂਨੀਵਰਸਿਟੀ ਦੇ ਰਿਲੇਟਡ ਸੀ, ਜੋ ਵੀ ਯੂਨੀਵਰਸਿਟੀ ਦੇ ਵਿੱਚ ਐਕਟਿਵ ਸੀ ਉਹ ਸਾਰਾ ਉੱਥੇ ਪਹੁੰਚਿਆ ਹੋਇਆ ਸੀ, ਜਿਹਦੇ ਵਿੱਚੋਂ ਟੀਚਰਸ ਵੀ ਪਹੁੰਚੇ ਹੋਏ ਸੀ। ਅਤੇ ਉੱਥੇ ਇਕੱਠ ਅਤੇ ਰੈਲੀ ਮੁਜ਼ਾਹਰਾ ਹੋ ਰਿਹਾ ਸੀਗਾ ਅਤੇ ਜ਼ੋਰਦਾਰ ਤਕਰੀਰਾਂ ਹੋ ਰਹੀਆਂ ਸੀ। ਅਤੇ ਨਾਲ ਦੀ ਨਾਲ ਹੀ ਇੱਕ ਖਬਰ ਆਈ। ਜਦੋਂ ਮੈਂ ਵਾਈਸ ਚਾਂਸਲਰ ਕੋਲ ਗਿਆ ਉਹਨਾਂ ਨੇ ਮੈਨੂੰ ਬੁਲਾਇਆ ਥੱਲੇ ਤੋਂ, ਅਤੇ ਜਦੋਂ ਮੈਂ ਉਹਨਾਂ ਦੇ ਆਫਿਸ 'ਚ ਗਿਆ ਤਾਂ ਉੱਥੇ ਅਸਟੇਟ ਅਫਸਰ TS ਸੰਧੂ ਅਤੇ ਵਾਈਸ ਚਾਂਸਲਰ ਸਨ। ਅਤੇ ਉਹਨਾਂ ਨੇ ਥੋੜ੍ਹਾ ਜਿਹਾ ਸੂਦ ਆਊਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਕਿਹਾ ਵੀ ਇਹਦੇ ਵਿੱਚ ਦੇਰੀ ਕਰਨ ਦੀ ਜ਼ਰੂਰਤ ਨਹੀਂ ਆ, ਜਿੰਨੀ ਦੇਰੀ ਕਰਾਂਗੇ ਉਹ ਤਾਂ ਹੁਣ ਤਾਂ ਹੀ ਮਾਰ ਦਿੱਤਾ ਹੋਊਗਾ। ਇਹਦੇ ਵਿੱਚ ਇਹ ਸੁਣ ਕੇ ਉਹ ਇਸ ਗੱਲ ਸੁਣਨ ਵਾਸਤੇ ਤਿਆਰ ਨਹੀਂ ਸੀਗੇ ਉਹ ਵੀ। ਪਰ ਥੋੜ੍ਹੀ ਬਹੁਤ ਦੇਰ ਬਾਅਦ ਇੱਕ ਹੋਰ ਖਬਰ ਆਈ ਜੋ ਕਿ PAU ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਸੀ ਸਟੇਟ ਆਫਿਸ ਦੇ ਅੰਡਰ ਹੀ ਲੱਗਾ ਹੋਇਆ, ਉਹਦਾ ਨਾਂ ਸੀ ਗੁਰਚਰਨ ਸਿੰਘ। ਅਤੇ ਉਹ ਝਾਂਡੇ ਪਿੰਡ ਦਾ ਰਹਿਣ ਵਾਲਾ ਸੀ, ਉੱਥੋਂ ਦਾ ਸਰਪੰਚ ਵੀ ਸੀ ਅਤੇ ਉਹ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਸੀ। ਅਤੇ ਉਸ ਨੇ ਆ ਕੇ ਦੱਸਿਆ ਵੀ ਝਾਂਡੇ ਪਿੰਡ ਦੇ ਕੋਲੇ ਝਾਂਡੇ ਤੋਂ ਜੋ ਰੋਡ GT ਰੋਡ ਨੂੰ ਕਨੈਕਟ ਕਰਦੀ ਆ ਅਤੇ ਉਸ ਦੇ ਤਕਰੀਬਨ ਰੇਲਵੇ ਲਾਈਨ ਤੋਂ ਕੋਈ 2 ਫਰਲਾਂਗ ਪਿੱਛੇ ਝਾਂਡੇ ਪਿੰਡ ਵੱਲ ਨੂੰ ਪਿਰਥੀਪਾਲ ਰੰਧਾਵਾ ਦੀ ਲਾਸ਼ ਪਈ ਹੈ। ਅਤੇ ਇਸ ਦੇ ਸਾਈਮਲਟੇਨੀਅਸਲੀ ਦੂਸਰੇ ਪਾਸੇ ਜਵਾਹਰ ਨਗਰ ਕੈਂਪ ਜਿੱਥੇ ਪਿਰਥੀਪਾਲ ਰੰਧਾਵਾ ਰਹਿੰਦਾ ਸੀ ਉੱਥੇ ਉਸ ਦੇ ਸਹੁਰੇ ਵੀ ਸੀ ਅਤੇ ਉਸ ਦੇ ਸਹੁਰਿਆਂ ਦੀ ਦੁਕਾਨ ਜੋ ਇੱਕ RMP ਮੈਡੀਕਲ ਦੀ ਦੁਕਾਨ ਸੀਗੀ ਉੱਥੋਂ ਹੀ ਉਸ ਨੂੰ ਚੁੱਕਿਆ ਗਿਆ ਸੀ। ਤਾਂ ਉੱਥੋਂ ਦੇ ਮਜ਼ਦੂਰ ਆਲੇ ਦੁਆਲੇ ਮਜ਼ਦੂਰੀ ਕਰਨ ਜਾਂਦੇ ਸੀ ਤਾਂ ਉਹਨਾਂ 'ਚੋਂ ਕੁਛ ਮਜ਼ਦੂਰ ਇਸ ਪਾਸੇ ਵੀ ਆਏ। ਤਾਂ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਉਹ ਮੁੰਡਾ ਉਹਦੀ ਲਾਸ਼ ਪਈ ਆ ਤਾਂ ਉਹਨਾਂ ਨੇ ਵੀ ਵਾਪਸ ਜਾ ਕੇ ਜਵਾਹਰ ਨਗਰ ਕੈਂਪ ਦੇ ਘਰੇ ਦੱਸਿਆ ਵੀ ਉਹ ਉੱਥੇ ਪਿਆ, ਲੇਕਿਨ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਉਹ ਮਰ ਚੁੱਕਾ। ਤਾਂ ਇਹ ਸੁਨੇਹਾ ਵੀ ਤੁਰੰਤ ਯੂਨੀਵਰਸਿਟੀ ਪਹੁੰਚਿਆ ਅਤੇ ਯੂਨੀਵਰਸਿਟੀ ਪਹੁੰਚਣ 'ਤੇ ਜਦੋਂ ਇਹ ਸਾਰੇ ਸੁਨੇਹੇ ਇਕੱਠੇ ਹੋ ਕੇ ਪਹੁੰਚੇ ਤਾਂ ਉਸ ਦਿੱਤੀ ਹੋਈ ਜਗ੍ਹਾ ਵੱਲ ਅਸੀਂ ਉੱਥੋਂ ਚਾਲੇ ਪਾ ਲਈ, ਜਿਹਦੇ ਵਿੱਚ ਯੂਨੀਵਰਸਿਟੀ ਅਥਾਰਟੀ ਸੀ। ਮੈਂ ਵੀ ਉਹਨਾਂ ਦੀ ਕਾਰ ਦੇ ਵਿੱਚ ਹੀ ਸੀ ਅਤੇ ਬਾਕੀ ਹੋਰ ਸਟੂਡੈਂਟਸ ਪਿੱਛੇ ਹੋਣਗੇ। ਲੇਕਿਨ ਜਦੋਂ ਤੱਕ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਪੁਲਿਸ ਪਹੁੰਚ ਚੁੱਕੀ ਹੋਈ ਸੀ ਅਤੇ ਗੁਰਚਰਨ ਸਿੰਘ ਨੇ ਪੁਲਿਸ ਨੂੰ ਪਹਿਲਾਂ ਇਨਫੋਰਮ ਕਰ ਦਿੱਤਾ ਸੀ ਤੜਕੇ ਅਤੇ ਪਛਾਣ ਵੀ ਲਿਆ ਸੀ। ਤਾਂ ਇਹ ਗੱਲ ਤੁਰੰਤ ਹੈ ਜਿਹੜੀ ਟਰੇਸ ਹੋ ਗਈ, ਜਿਸ ਨੂੰ ਬਹੁਤਾ ਦੇਰ ਨਾ ਲੱਗਿਆ ਵੀ ਪਿਰਥੀਪਾਲ ਨਾਲ ਕੀ ਬੀਤਿਆ।
ਤਾਂ ਉੱਥੇ ਜਾ ਕੇ ਜੋ ਕੁਛ ਦੇਖਿਆ ਉਹ ਵਰਣਨ ਤੋਂ ਬਹੁਤ ਔਖਾ ਹੈ। ਉਸ ਦੀ ਲਾਸ਼ ਸੜਕ ਦੇ ਵਿੱਚ ਪਈ ਸੀ, ਉਸ ਨੂੰ ਨੰਗਾ ਕੀਤਾ ਹੋਇਆ ਸੀ। ਉਸ ਦੀ ਇੱਕ ਲੱਤ ਗੋਡੇ ਤੋਂ ਨੀਚੇ ਬਹੁਤ ਬੁਰੀ ਤਰ੍ਹਾਂ ਚੂਰਾ ਕੀਤੀ ਹੋਈ ਸੀ, ਇੱਕ ਬਾਂਹ ਉਸੇ ਤਰ੍ਹਾਂ ਸੀ, ਉਹ ਵੀ ਬਹੁਤ ਚੂਰਾ ਕੀਤੀ ਹੋਈ ਸੀ। ਤਾਂ ਉਦੋਂ ਪੁਲਿਸ ਜੋ ਮੌਕੇ ਦਾ ਪੰਚਨਾਮਾ ਬਣਾਉਂਦੀ ਹੈ ਉਸ 'ਤੇ ਲੱਗੀ ਹੋਈ ਸੀ। ਤਾਂ ਉੱਥੋਂ ਵਾਪਸ ਆ ਕੇ ਯੂਨੀਵਰਸਿਟੀ ਦੇ ਸਾਰੇ ਬਾਕੀ ਸਾਥੀਆਂ ਨੂੰ ਦੱਸਿਆ, ਅਤੇ ਨਾਲ ਇੱਕ ਇਹ ਆਈ ਕਿ ਇੱਥੇ ਤੁਰੰਤ ਕੈਮਰਾ ਚਾਹੀਦਾ, ਅਤੇ ਉਸ ਤੋਂ ਅਸੀਂ ਫੋਟੋਗ੍ਰਾਫਰ ਨੂੰ ਲੈਣ ਚਲੇ ਗਏ। ਕੁਮਾਰ ਮੰਡੀ ਤੋਂ ਜਾਂ ਆਰਤੀ ਸਿਨੇਮੇ ਦੇ ਸਾਹਮਣੇ ਜੋ ਜੌੜ ਸੜਕਾਂ ਦਾ ਏਰੀਆ ਵੱਜਦਾ, ਉੱਥੇ ਫੋਟੋਗ੍ਰਾਫਰ ਨੂੰ ਲੈ ਕੇ ਅਸੀਂ ਨਾਲ ਗਏ। ਤਾਂ ਉੱਥੋਂ ਫੋਟੋਆਂ ਵਗੈਰਾ ਉਹਦੀਆਂ ਲਈਆਂ ਗਈਆਂ, ਅਤੇ ਕੁਛ ਕਾਰ ਦੇ ਟਰੈਕ ਉੱਥੇ ਸੀਗੇ ਜਿਹੜੇ ਕੱਚੇ ਲੈ ਕੇ ਉਸ ਦੀ ਟਰੈਕ ਦਿਸਦੀ ਸੀ, ਤਾਂ ਉਹ ਫੋਟੋਆਂ ਲਈਆਂ ਗਈਆਂ। ਉਸ ਤੋਂ ਬਾਅਦ ਵਿੱਚ ਟਰਾਲੀ 'ਤੇ ਉਸ ਨੂੰ ਲੋਡ ਕਰਕੇ ਪ੍ਰਿਥੀਪਾਲ ਰੰਧਾਵਾ ਨੂੰ ਅਸੀਂ ਉੱਥੋਂ ਚੱਲ ਪਏ ਸਿਵਲ ਹਸਪੀਟਲ ਲੁਧਿਆਣਾ ਲਈ, ਉਸ ਦੇ ਪੋਸਟਮਾਰਟਮ ਲਈ। ਅਤੇ ਰਸਤਾ ਸਾਡੇ ਲਈ ਬਹੁਤ ਔਖਾ ਸੀ, ਕੁਛ ਹੋਰ ਸਾਥੀ ਮੇਰੇ ਨਾਲ ਸੀ, ਅਤੇ ਅਖੀਰ ਅਸੀਂ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਪਹੁੰਚ ਗਏ, ਅਤੇ ਉੱਥੇ ਲਾਸ਼ ਰੱਖ ਕੇ ਹੋਰ ਸੱਜਣ ਮਿੱਤਰ ਆਉਣੇ ਸ਼ੁਰੂ ਹੋ ਗਏ। ਯੂਨੀਅਨ ਦੇ ਹੋਰ ਵਰਕਰ ਸਾਥੀ, ਜਿੱਥੋਂ ਵੀ ਕਿਸੇ ਨੇ ਸੁਣਿਆ ਉਹ ਉੱਥੇ ਪਹੁੰਚਣ ਲੱਗਿਆ, ਅਤੇ ਉੱਥੇ ਭਾਰੀ ਇਕੱਠ ਹੋਣਾ ਸ਼ੁਰੂ ਹੋ ਗਿਆ। ਅਤੇ ਉਸ ਦੇ ਨਾਲ ਹੀ ਇੱਕ ਸਾਨੂੰ ਸੁਨੇਹਾ ਆਇਆ ਪੁਲਿਸ ਵੱਲੋਂ ਕਿ ਤੁਰੰਤ ਆ ਕੇ ਮਿਲੋ। ਤਾਂ ਉੱਥੋਂ ਮੈਂ ਅਤੇ ਸਤਵੰਤ ਅਸੀਂ ਦੋਨੇ ਵਾਪਸ ਆਏ, ਤਾਂ ਯੂਨੀਵਰਸਿਟੀ ਦੇ ਵਿੱਚ ਆ ਕੇ ਅਸੀਂ ਦੋ ਪੁਲਿਸ ਆਫਿਸਰ ਨੂੰ ਮਿਲੇ, ਜੋ ਇੱਕ ਦਾ ਨਾਮ DSP ਰੇਸ਼ਮ ਸਿੰਘ ਸੀ, ਅਤੇ ਦੂਸਰਾ ਵੀ DSP ਸੀ, ਸ਼ਾਇਦ ਉਹਦਾ ਨਾਮ ਮਹਿਤਾਬ ਸਿੰਘ ਜਾਂ ਕੁਛ ਇਹੋ ਜਿਹਾ ਨਾਮ ਸੀ, ਮੈਨੂੰ ਪੂਰਾ ਯਾਦ ਨਹੀਂ, ਲੇਕਿਨ ਉਹ ਦੋਨੇ ਉੱਥੇ ਸੀਗੇ। ਅਤੇ ਉਹਨਾਂ ਨੇ ਦੱਸਿਆ ਕਿ ਸਗੋਂ ਉਹਨਾਂ ਨੇ ਸਾਨੂੰ ਕਿਹਾ ਕਿ ਹੁਣ ਟਾਈਮ ਖਰਾਬ ਕਰਨ ਦੀ ਗੁੰਜਾਇਸ਼ ਨਹੀਂ ਹੈ, ਦੂਸਰੇ ਜੋ ਕੰਮ ਹੈ ਉਹ ਤਾਂ ਬਾਕੀ ਹੋਰ ਵੀ ਤੁਹਾਡੇ ਨੁਮਾਇੰਦੇ ਕਰ ਲੈਣਗੇ, ਅਤੇ ਤੁਸੀਂ ਸਾਡੀ ਮਦਦ ਕਰੋ ਅਤੇ ਬੰਦਿਆਂ ਨੂੰ ਆਈਡੈਂਟੀਫਾਈ ਕਰੋ। ਅਤੇ ਉਹਦੇ ਵਿੱਚੋਂ ਅਸੀਂ 3-4 ਬੰਦਿਆਂ ਨੂੰ ਆਈਡੈਂਟੀਫਾਈ ਕੀਤਾ ਜਿਹੜੇ ਕਿ ਹੋ ਸਕਦੇ ਸੀਗੇ, ਜਿਹਦੇ ਵਿੱਚੋਂ ਬੇਅੰਤ, ਨੰਬਰ 2 'ਤੇ ਜੱਗੀ, ਨੰਬਰ 3 'ਤੇ ਬਲਜਿੰਦਰ, ਕਰੈਕ ਉਸ ਨੂੰ ਬੋਲਦੇ ਸੀ, ਨੰਬਰ 4 'ਤੇ ਇੱਕ ਹੋਰ ਨਾਂ ਜਿਹੜਾ ਸਾਡੇ ਦਰਮਿਆਨ ਘੁੰਮ ਰਿਹਾ ਸੀ, ਉਹ ਸੀ ਛੋਟਾ ਨਾਰੰਗਵਾਲ ਤੋਂ। ਉਹਦਾ ਪੂਰਾ ਨਾਮ ਤਾਂ ਮੈਨੂੰ ਯਾਦ ਨਹੀਂ ਕੀ ਆ, ਲੇਕਿਨ ਉਸ ਨੂੰ ਛੋਟਾ ਕਹਿੰਦੇ ਸੀ, ਅਤੇ ਉਹ ਨਾਰੰਗਵਾਲ ਦਾ ਰਹਿਣ ਵਾਲਾ ਸੀ। ਅਤੇ ਉਹਨਾਂ ਨਾਲ ਅਸੀਂ ਬਾਕੀ ਗੱਲਾਂ ਹੋਰ ਡਿਸਕਸ ਕਰਕੇ ਵੀ ਇਹ ਫਲਾਣੇ ਢਾਬੇ 'ਤੇ ਆਉਂਦੇ ਜਾਂਦੇ ਸੀ, ਫਲਾਨਿਆਂ ਨਾਲ। ਪੁਲਿਸ ਨੂੰ ਤਕਰੀਬਨ ਸਾਰੀ ਹਿਸਟਰੀ ਦਾ ਪਤਾ ਸੀਗਾ ਇਹਨਾਂ ਦਾ। ਅਤੇ ਉੱਥੇ ਇੱਕ ਗੱਲ ਹੋਰ, ਬਾਅਦ ਦੀ ਗੱਲ ਆ, ਉਹ ਮੈਂ ਤੁਹਾਨੂੰ ਬਾਅਦ ਵਿੱਚ ਇਹਦੇ ਵਿੱਚ ਲਿਆਵਾਂਗਾ। ਤਾਂ ਅਸੀਂ ਫਿਰ ਉੱਧਰੋਂ ਜਦੋਂ ਵਿਹਲੇ ਹੋ ਕੇ CMC ਵੱਲ ਨੂੰ ਜਾਣ ਲੱਗੇ, ਸਿਵਲ ਹਸਪਤਾਲ ਵੱਲ ਨੂੰ, ਤਾਂ ਉਸ ਟਾਈਮ ਪੋਸਟਮਾਰਟਮ ਹੋ ਚੁੱਕਿਆ ਸੀ, ਅਤੇ ਜਿਹੜੀ ਲਾਸ਼ ਹੈ ਉਹ ਵਾਪਸ ਜਵਾਹਰ ਨਗਰ ਕੈਂਪ ਪਹੁੰਚ ਗਈ ਸੀ। ਰੰਧਾਵਾ ਦੀ ਮਦਰ ਵੀ ਉੱਥੇ ਪਹੁੰਚ ਗਈ ਸੀ, ਅਤੇ ਉਹਦਾ ਭਰਾ ਵੀ ਉੱਥੇ ਪਹੁੰਚ ਗਿਆ ਸੀ, ਪ੍ਰਿਥੀਪਾਲ ਰੰਧਾਵਾ ਦਾ, ਅਤੇ ਹੋਰ ਬਹੁਤ ਜ਼ਿਆਦਾ ਭਾਰੀ ਇਕੱਠ ਸੀਗਾ। ਅਤੇ ਫਿਰ ਸਵਾਲ ਸੀਗਾ ਕਿ ਹੁਣ ਦਸੂਹੇ ਜਾਇਆ ਜਾਵੇ ਰਾਤ ਨੂੰ, ਅਤੇ ਸੋ ਹੋਰ ਕੋਈ ਚੋਇਸ ਹੀ ਨਹੀਂ ਸੀ, ਚੱਲਣਾ ਹੀ ਸੀ। ਅਸੀਂ ਫਿਰ ਉੱਥੋਂ ਦਸੂਹੇ ਲਈ ਚੱਲੇ, ਜਿਸ ਦੇ ਵਿੱਚ ਇੱਕ ਟਰੱਕ ਦੇ ਵਿੱਚ ਲੋਡ ਕੀਤੀ ਹੋਈ ਸੀ ਲਾਸ਼ ਮੰਜੇ ਦੇ ਉੱਪਰ, ਅਤੇ
ਉਸ ਦੇ ਨਾਲ ਪ੍ਰਿਥੀਪਾਲ ਦੀ ਮਦਰ, ਉਹਦਾ ਬ੍ਰਦਰ ਕੁਲਦੀਪ ਜੋ ਪ੍ਰਿਥੀਪਾਲ ਦੀ ਵਾਈਫ ਸੀ, ਅਤੇ ਉਹਦੀ ਬੇਟੀ ਜੋ ਹਜੇ ਮੇਰਾ ਖਿਆਲ 1.25 ਸਾਲ ਦੀ ਸੀ, ਪਿੱਕੂ ਉਸ ਨੂੰ ਕਹਿੰਦੇ ਸੀ, ਛੋਟਾ ਨਾ ਪ੍ਰਿਥੀ ਅਤੇ ਕੁਲਦੀਪ ਤੋਂ ਰਲਾ ਕੇ ਬਣਾਇਆ ਹੋਇਆ। ਤਾਂ ਨਾਲ ਕੁਛ ਹੋਰ ਵੀ ਸੀ, 2-3 ਸੱਜਣ, ਇਹ ਮੈਨੂੰ ਯਾਦ ਨਹੀਂ ਕਿੰਨੇ ਕੁ ਸੀ। ਤਾਂ ਉੱਥੋਂ ਅਸੀਂ ਦਸੂਹੇ ਲਈ ਚੱਲ ਪਏ, ਅਤੇ ਰਸਤੇ 'ਚ ਇਹ ਪਿੰਡ 1-2 ਘੰਟਿਆਂ ਦਾ ਸੀ, ਪਰ 1 ਸਦੀ ਜਿੰਨਾ ਲੰਬਾ ਸੀ। ਇਸ ਤਰ੍ਹਾਂ ਪੇਨਫੁਲ ਅਤੇ ਸਾਰੀ ਸੋਚਣੀਆਂ ਜਿਹੜੀ ਨੰਬ ਹੋ ਚੁੱਕੀ ਸੀ ਕਿ ਕੁਛ ਵੀ ਸੋਚਣ ਤੋਂ ਮਜਬੂਰ ਸੀ, ਕੁਛ ਵੀ ਸੋਚ ਨਹੀਂ ਸੀ ਸਕਦੇ। ਕੁਲਦੀਪ ਦਾ ਹਾਲ ਵੀ ਬਹੁਤ ਮਾੜਾ ਸੀ, ਮਾਂ ਦਾ ਅਤੇ ਭਰਾ ਦਾ ਹਾਲ ਵੀ ਬਹੁਤ ਜ਼ਿਆਦਾ ਔਖਾ ਸੀ ਉਹਨਾਂ ਨੂੰ ਦੇਖਣਾ, ਔਰ ਸਭ ਤੋਂ ਔਖਾ ਬੇਟੀ ਪਿੱਕੂ, ਜਦੋਂ ਉਹ ਆਪਦੇ ਪਾਪਾ ਨੂੰ ਬੁਲਾਉਂਦੀ ਪਾਪਾ ਕਹਿ ਕੇ, ਤਾਂ ਬਰਦਾਸ਼ਤ ਕਰਨਾ ਬਾਹਰ ਹੋ ਕੇ ਅਤੇ ਮੂੰਹ ਦੂਜੇ ਪਾਸੇ ਕਰਨਾ ਪੈਂਦਾ ਸੀਗਾ। ਉਹ ਵਿਚਾਰਾ ਬੱਚਾ ਕਦੇ ਪਾਪਾ ਨੂੰ ਬੁਲਾ ਲੈਂਦਾ, ਕਦੇ ਮਾਂ ਨੂੰ ਬੁਲਾਉਂਦਾ, ਅਤੇ ਕਦੇ ਹੋਰ ਪਾਸੇ ਲੱਗ ਕੇ ਦੇਖਣ ਲੱਗ ਜਾਂਦੀ। ਸੋ ਇਸ ਤਰ੍ਹਾਂ ਦਾ ਸਫ਼ਰ ਜਿਹੜਾ ਸੀ ਸਾਡਾ, ਦਸੂਹੇ ਰਾਤ ਨੂੰ ਪਹੁੰਚਿਆ, ਅਤੇ ਰਾਤ ਨੂੰ ਤਾਂ ਰਾਤ ਜਿਸ ਤਰ੍ਹਾਂ ਕੱਟਣੀ ਸੀ ਉਸੇ ਤਰ੍ਹਾਂ ਹੀ ਸੀ। ਤਾਂ ਸਵੇਰ ਟਾਈਮ ਬਾਕੀ ਆਲੇ ਦੁਆਲੇ ਜੋ ਯੂਨੀਅਨ ਮੈਂਬਰ ਟਾਂਡਾ, ਹੁਸ਼ਿਆਰਪੁਰ ਅਤੇ ਹੋਰ ਆਲੇ ਦੁਆਲੇ ਯੂਨਿਟ ਸੀ, ਉਹਨਾਂ ਦੇ ਮੈਂਬਰ ਆਉਣੇ ਸ਼ੁਰੂ ਹੋ ਗਏ, ਜਿਸ ਵਿੱਚ ਮੋਹਨ ਭਾਟੀਆ ਇਹਦੇ ਅਤੇ ਕੁਛ ਮੈਂਬਰ ਉਸ ਏਰੀਏ 'ਚ PAU ਤੋਂ ਸਰਵਿਸ ਵੀ ਕਰਦੇ ਸੀਗੇ, ਜਿਨ੍ਹਾਂ ਵਿੱਚ ਮੈਨੂੰ ਵਰਿਆਮ, ਸਾਧੂ ਰਾਮ, ਇਹੋ ਜਿਹੇ ਮਿੱਤਰਾਂ ਦਾ ਨਾਂ ਯਾਦ ਆਉਂਦਾ। ਅਤੇ ਉਹ ਉੱਥੇ ਇਕੱਠ ਭਾਰੀ ਹੋਣਾ ਸ਼ੁਰੂ ਹੋ ਗਿਆ, ਅਤੇ ਬਹੁਤਾ ਕੁਛ ਇੱਥੇ ਕਰਨ ਲਈ ਹੋਰ ਤਾਂ ਨਹੀਂ ਸੀ। ਇੱਕ ਨੋਰਮਲੀ ਜੋ ਕੁਛ ਰਸਮਾਂ ਹੁੰਦੀਆਂ, ਨਹਾਉਣਾ, ਸੰਸਕਾਰ ਕਰਨਾ, ਅਤੇ ਉਹਦੇ ਵਿੱਚ ਜਦੋਂ ਅਸੀਂ ਪ੍ਰਿਥੀਪਾਲ ਨੂੰ ਨਹਾਉਣ ਲੱਗੇ, ਤਾਂ ਜਦੋਂ ਉਸ ਦੀ ਬਾਂਹ ਨੂੰ ਮੈਂ ਹੱਥ ਫੜਿਆ, ਤਾਂ ਮੇਰੇ ਹੱਥ ਵਿੱਚ ਇੱਕ ਜਿਵੇਂ ਕੌਡੀਆਂ ਆਉਂਦੀਆਂ ਇਸ ਤਰ੍ਹਾਂ ਹੱਡੀਆਂ ਦਾ ਚੂਰਾ ਆਇਆ। ਬਰਦਾਸ਼ਤ ਕਰਨ ਤੋਂ ਬਹੁਤ ਬਾਹਰ ਸੀ। ਖੈਰ, ਮਨ ਨੂੰ ਤਗੜਾ ਰੱਖ ਕੇ ਅਗਰ ਆਪ ਕਮਜ਼ੋਰੀ ਦਿਖਾਉਂਦੇ ਤਾਂ ਦੂਸਰੇ ਉਸ ਤੋਂ ਵੱਧ ਕਮਜ਼ੋਰ ਸਾਬਤ ਹੁੰਦੇ। ਤਾਂ ਨਹਾਉਣ ਧੋਣ ਦਾ ਅਤੇ ਉਸ ਤੋਂ ਮਗਰੋਂ ਉਸ ਨੂੰ ਦੇਖਣ ਦਾ, ਸਾਰਿਆਂ ਦੇ ਮੂੰਹ ਦੇਖਣ ਦਾ, ਇੰਨੇ ਨੂੰ PAU ਤੋਂ ਬੱਸ ਵੀ ਪਹੁੰਚ ਗਈ, ਜਿਹਦੇ ਵਿੱਚ ਟੀਚਰਸ ਕਾਫੀ ਸੀ, ਹੋਰ ਸਟੂਡੈਂਟਸ ਕਾਫੀ ਸੀ, ਅਤੇ ਬਹੁਤ ਸਾਰੇ ਲੋਕ ਆਪਦੇ ਸੋਰਸਿਸ ਦੇ ਰਾਹੀਂ ਉੱਥੇ ਪਹੁੰਚੇ। ਅਤੇ ਉਹਨਾਂ ਸਾਰਿਆਂ ਦਾ ਹਰੇਕ ਦੀਆਂ ਤਾਹਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਸੋ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ। ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦਾ ਇਕੱਠ ਸੀ। PSU ਦਾ ਝੰਡਾ ਉਸ ਉੱਪਰ ਪਾਇਆ ਗਿਆ, ਨਾਅਰੇ ਲਾਏ ਗਏ, ਤਕਰੀਰਾਂ ਕੀਤੀਆਂ ਗਈਆਂ, ਜਿਸ ਵਿੱਚ ਖਾਸ ਕਰਕੇ ਜੋਗੀ ਅਤੇ ਜੋਗੀ ਨਹੀਂ, ਉਸ ਦਾ ਜੋ ਜਨਰਲ ਸੈਕਟਰੀ ਉਸ ਵੇਲੇ ਸੀ, ਉਸ ਦਾ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਜੇ ਆ ਜਾਂਦਾ ਤਾਂ ਫਿਰ ਮੈਂ ਦੱਸਦਾ। ਉਸ ਦਾ ਨਾਮ ਮਾਲੀ, ਪਹਿਲਾ ਨਾਮ ਸ਼ਾਇਦ ਮੈਨੂੰ ਯਾਦਵਿੰਦਰ ਮਾਲੀ ਜਾਂ ਕੁਛ ਇਹੋ ਜਿਹਾ, ਅਤੇ ਮਾਲੀ ਦੀ ਤਕਰੀਰ ਉੱਥੇ ਸੀ। ਅਤੇ ਉਸ ਤੋਂ ਬਾਅਦ ਉਸ ਦੀ ਚਿਖਾ ਨੂੰ ਦਾਗ ਦਿੱਤਾ ਗਿਆ। ਉਹ ਮੌਕਾ, ਉਹ ਸੀਨ ਨਾ ਵਰਣਨਯੋਗ ਸੀ। ਉਹ ਦਿਨ ਜਿਹੜੇ ਅਗਲੇ 10, 20, 30 ਮਹੀਨਾ, 2 ਮਹੀਨੇ ਜਿੰਨੇ ਟਰਬੂਲੈਂਟ ਦਿਨ ਸੀਗੇ, ਉਹਨਾਂ ਦਾ ਮੈਂ ਤੁਹਾਡੇ ਨਾਲ
ਅਗਲੀਆਂ ਵੀਡੀਓਜ਼ ਦੇ ਵਿੱਚ ਸ਼ੇਅਰ ਕਰੂੰਗਾ। ਅਤੇ ਮੈਂ ਸਮਝਦਾ ਕਿ 41 ਸਾਲਾਂ ਬਾਅਦ ਸਾਨੂੰ ਆਪਣੇ ਵਿਛੜੇ ਸਾਥੀ ਨੂੰ ਮੁੜ ਜਿਉਣ ਦੀ ਲੋੜ ਹੈ, ਉਹਨੂੰ ਸਮਝਣ ਦੀ ਲੋੜ ਹੈ, ਕੁਛ ਕਰਨ ਦੀ ਲੋੜ ਹੈ। ਇਹੀ ਸਾਡਾ ਉਸ ਨੂੰ ਸਭ ਤੋਂ ਵੱਡਾ ਟ੍ਰਾਈਬਿਊਟ ਹੋਊਗਾ। ਜਿਸ ਆਸ ਨਾਲ ਇਹ ਆਪਾਂ ਗਰੁੱਪ ਸ਼ੁਰੂ ਕੀਤਾ ਗਿਆ ਅਤੇ ਇਸ ਗਰੁੱਪ ਦੀ ਰੂਪਰੇਖਾ ਇਹ ਉਲੀਕੀ ਗਈ ਹੈ ਕਿ ਸਾਡਾ ਇਹ ਗਰੁੱਪ ਸਿਰਫ ਸਾਡੇ ਸਾਥੀ ਪ੍ਰਿਥੀਪਾਲ ਰੰਧਾਵਾ ਨੂੰ ਡੈਡੀਕੇਟਡ ਹੋਊਗਾ ਅਤੇ ਇਸ ਵਿੱਚ ਹੋਰ ਕਿਸੇ ਕਿਸਮ ਦੀਆਂ ਪੋਸਟਿੰਗ ਹੈ ਜਿਹੜੀਆਂ ਉਹ ਨਹੀਂ ਐਕਸੈਪਟ ਕੀਤੀਆਂ ਜਾਣਗੀਆਂ। ਮੈਂ ਸਾਰੇ ਸੱਜਣਾਂ ਮਿੱਤਰਾਂ, PSU ਦੇ ਵਰਕਰਾਂ, PSU ਦੇ ਦੋਸਤਾਂ, PSU ਦੇ ਮੈਂਬਰਸ ਅਤੇ ਉਸ ਤੋਂ ਬਾਅਦ ਜੋ ਵੀ ਪ੍ਰਿਥੀਪਾਲ ਰੰਧਾਵਾ ਦੇ ਜਾਤੀ ਦੋਸਤ ਸਨ, ਮੈਂ ਸਾਰਿਆਂ ਨੂੰ ਸੱਦਾ ਦਿੰਦਾ ਕਿ ਆਓ ਇਸ ਗਰੁੱਪ ਨੂੰ ਜੁਆਇਨ ਕਰੋ ਅਤੇ ਆਪਾਂ ਇਸ ਗੱਲ ਨੂੰ ਸਾਰਿਆਂ ਦੇ ਸਹਿਯੋਗ ਨਾਲ ਅੱਗੇ ਲੈ ਕੇ ਚੱਲੀਏ। ਅਤੇ ਮੈਂ ਹਾਂ ਤੁਹਾਡਾ ਆਪਣਾ ਰਣਜੀਤ ਰਾਣਾ, ਜਿਸ ਨੂੰ ਸੁਭਾਗ ਪ੍ਰਾਪਤ ਹੈ PSU ਦੇ ਵਿੱਚ ਪ੍ਰਿਥੀਪਾਲ ਰੰਧਾਵੇ ਨਾਲ ਸੰਨ 72 ਤੋਂ ਲੈ ਕੇ ਸੰਨ 79 ਤੱਕ ਦਾ ਸਾਥ ਨਿਭਾਉਣ ਦਾ। ਅਤੇ ਬਾਕੀ ਦੋਸਤੋ, ਲਾਲ ਸਲਾਮ। ਕੱਲ੍ਹ ਨੂੰ ਇਸ ਤੋਂ ਅਗਲੀ ਕਿਸ਼ਤ ਫੇਰ ਆਪਾਂ ਲਿਆਵਾਂਗੇ।